मतलब कि मेरी 10 साल की एज ਸੀ ਜਦੋਂ मैं नशा करना शुरू किया। ਹੁਣ मैं 23 ਸਾਲਾਂ ਦੀ ਹੋ ਗਈ ਹੋਈ ਹਾਂ ਤੇ ਹੁਣ मैं अपना नशा ਛੱਡਣਾ ਚਾਹੁੰਦੀ ਹਾਂ ਤੇ मतलब कि ਛੱਡ ਵੀ ਚੁੱਕੀ ਹਾਂ। 10 ਦਿਨ ਹੋ ਗਏ ਆ ਮੈਨੂੰ ਪ੍ਰੋਪਰ ਉਹ ਠੀਕ ਹੋਈ ਨੂੰ ਤੇ ਬਸ ਹੁੰਦਾ ਮੇਰੇ ਨਾਲ ਇੰਨਾ ਕੁਝ ਗਲਤ ਹੋ ਗਿਆ ਕਿ ਮੈਂ ਅੱਗੇ ਕੁਝ ਨਹੀਂ ਕਰ ਸਕਦੀ। मतलब कि उन्होंने ਤਾਂ ਕਰਕੇ ਵੇਚਿਆ, ਕੰਮ ਦੀ ਤਾਂ ਕੋਈ ਰਹੀ ਨਹੀਂ, ਨਸ਼ਾ ਕਰਦੀ ਆ, ਇਸ ਤੋਂ ਚੰਗਾ ਇਹਨੂੰ ਵੇਚ ਹੀ ਦਿਓ, ਗਲੋਂ ਫਾਹ ਲੱਥੂਗਾ, ਇਸ ਕਰਕੇ ਉਹਨਾਂ ਨੇ ਵੇਚ ਛੱਡਿਆ। ਮੇਰੇ मतलब कि ਉਹਨਾਂ ਨੇ ਜਿਹਨਾਂ ਨੂੰ ਵੇਚਿਆ ਸੀ ਉਹਦੇ 2 ਬੇਬੀ ਸੀ, ਉਹਨਾਂ ਦੇ ਨਾਲ ਮੇਰੀ ਮੈਰਿਜ ਹੀ ਕਰਵਾਈ ਸੀ ਤੇ ਮੇਰੇ ਸਾਹਮਣੇ ਹੀ ਪੈਸੇ ਫੜਾਏ। ਮੈਨੂੰ ਇੰਨਾ ਪਤਾ ਕਿ 50,000 ਰੁਪਇਆ ਫੜਾਇਆ ਸੀ। क्योंकि ये कोई जान नहीं सी, बुरा हाल सीगा, तद कपड़ा नहीं सीगा ते कोई रोटी खाते 2-3 महीने हो गया सीगा। दस दिनों ही आके अपना काफ़ी रिकवरी की। मतलब कि तुहानूं पता जिन्हें यूज़ करना है, जिन्हें मतलब रहना, उन्हें बहुत कुछ भी कर लेना, किसी भी हद तक डिग जाना वा। भैणा मेरी और नशा छड्ड दो, कोई फायदा नहीं है। जे कहंदियां जे बॉयफ्रेंड आ मेरा, मेरी अंगेजमेंट हो गई आ, फैमिली तो इलावा हो के तुसीं करदियां जे, कुछ नहीं फायदा हैगा, ये धोखे आ। ਤੁਹਾਨੂੰ यूज़ करते आ, नशे लवा देंगे आ, बाद च उन्होंने पता कि पैसा कमा के देणगियां। ਇਹਦਾ ਨਸ਼ਾ भी बहुत ज़्यादा ਸੀਗਾ। ਮੈਨੂੰ ਦੱਸਿਆ ਵੀ मैं 25-30 ਲੱਖ ਰੁਪਏ ਆਪਣੇ ਨਸ਼ੇ ਵਿੱਚ ਗਵਾਇਆ। ਪੰਜਾਬ ਵਿੱਚ ਨੌਜਵਾਨ ਮੁੰਡਿਆਂ ਤੋਂ ਬਾਅਦ ਹੁਣ ਪੰਜਾਬ ਦੀਆਂ ਕੁੜੀਆਂ ਵੀ ਨਸ਼ੇ ਦੀ ਗ੍ਰਿਫਤ ਵਿੱਚ ਫਸਦੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ, ਜਿੱਥੋਂ ਦੀ ਇੱਕ 23 ਸਾਲਾ ਲੜਕੀ ਪਿਛਲੇ 13 ਸਾਲਾਂ ਤੋਂ ਨਸ਼ੇ ਦੀ ਦਲਦਲ ਵਿੱਚ ਫਸੀ ਹੋਈ ਸੀ ਅਤੇ ਹੁਣ ਨਸ਼ਾ ਛੱਡਣ ਦੇ ਲਈ ਗੁਰਦਾਸਪੁਰ ਦੇ ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ ਵਿੱਚ ਭਰਤੀ ਹੋਈ ਹੈ, ਜਿੱਥੇ ਉਸ ਦਾ ਇਲਾਜ ਪਿਛਲੇ 10 ਦਿਨਾਂ ਤੋਂ ਚੱਲ ਰਿਹਾ ਹੈ। ਪੀੜਤ ਲੜਕੀ ਨੇ ਦੱਸਿਆ ਕਿ ਉਸਨੇ 10 ਸਾਲ ਦੀ ਉਮਰ ਵਿੱਚ ਸਕੂਲ ਵਿੱਚ ਹੀ ਪ੍ਰਿੰਸੀਪਲ ਨੂੰ ਦੇਖ ਕੇ ਨਸ਼ਾ ਲੈਣਾ ਸ਼ੁਰੂ ਕੀਤਾ ਸੀ ਅਤੇ ਨਸ਼ੇ ਦੀ ਲੱਤ ਇਸ ਕਦਰ ਵੱਧ ਗਈ ਸੀ ਕਿ ਉਸ ਦੀ ਮਾਂ ਨੇ ਉਸ ਤੋਂ ਪਰੇਸ਼ਾਨ ਹੋ ਕੇ ਉਸ ਦਾ ਵਿਆਹ 2 ਬੱਚਿਆਂ ਦੇ ਪਿਓ ਨਾਲ ਕਰਵਾ ਦਿੱਤਾ ਅਤੇ ਉਸ ਵਿਅਕਤੀ ਕੋਲੋਂ 50,000 ਰੁਪਏ ਲੈ ਲਏ। ਬਾਅਦ ਵਿੱਚ ਉਹ ਉੱਥੋਂ ਭੱਜ ਕੇ ਆਪਣੀ ਭੈਣ ਕੋਲ ਅੰਮ੍ਰਿਤਸਰ ਚਲੀ ਗਈ, ਜਿਸ ਤੋਂ ਬਾਅਦ ਉਸ ਦੀ ਭੈਣ ਨੇ ਉਸ ਦਾ ਤਲਾਕ ਕਰਵਾ ਦਿੱਤਾ। ਉਸਨੇ ਦੱਸਿਆ ਕਿ ਹੁਣ ਉਹ ਇਸ ਨਰਕ ਭਰੀ ਜ਼ਿੰਦਗੀ ਤੋਂ ਬਾਹਰ ਨਿਕਲਣਾ ਚਾਹੁੰਦੀ ਹੈ ਤੇ ਇੱਕ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੀ ਹੈ। ਸਾਲ ਦੀ ਉਮਰ 'ਚ ਜਦੋਂ ਮੈਂ ਨਸ਼ਾ ਸ਼ੁਰੂ ਕੀਤਾ ਸੀ। ਕਿੱਥੋਂ ਸ਼ੁਰੂਆਤ ਕੀਤੀ ਨਸ਼ੇ ਦੀ? ਸਕੂਲ ਟਾਈਮ ਤੋਂ ਸਾਡੇ ਪ੍ਰਿੰਸੀਪਲ ਸਰ ਕਰਦੇ ਸੀ, ਆਪਾਂ 3-4 ਜਾਣੇ ਹੈਗੇ ਸੀ ਜਿਹੜੇ ਆਪਾਂ ਦੇਖਦੇ ਹੁੰਦੇ ਸੀ ਉਹਨਾਂ ਨੂੰ। ਉਸ ਤੋਂ ਬਾਅਦ मतलब कि ਫਿਰ 12 ਸਾਲ ਤੋਂ ਬਾਅਦ ਹੀ ਮੇਰੀ ਸ਼ੁਰੂਆਤ ਹੋਈ ਆ। ਜੋ ਵੀ ਹੋਇਆ ਮੈਂ ਤੁਹਾਨੂੰ ਦੱਸ ਹੀ ਚੁੱਕੀ ਸਾਰਾ ਕੁਝ ਤੇ ਬਸ ਹੁੰਦਾ ਮੇਰੇ ਨਾਲ ਇੰਨਾ ਕੁਝ ਗਲਤ ਹੋ ਗਿਆ ਕਿ ਮੈਂ ਅੱਗੇ ਕੁਝ ਨਹੀਂ ਕਰ ਸਕਦੀ। मतलब कि मेरी 10 ਸਾਲ ਦੀ ਏਜ ਸੀ ਜਦੋਂ ਮੈਂ ਨਸ਼ਾ ਕਰਨਾ ਸ਼ੁਰੂ ਕੀਤਾ। ਹੁਣ ਮੈਂ 23 ਸਾਲਾਂ ਦੀ ਹੋ ਗਈ ਹੋਈ ਹਾਂ ਤੇ ਹੁਣ ਮੈਂ ਆਪਣਾ ਨਸ਼ਾ ਛੱਡਣਾ ਚਾਹੁੰਦੀ ਹਾਂ ਤੇ मतलब कि ਛੱਡ ਵੀ ਚੁੱਕੀ ਹਾਂ। 10 ਦਿਨ ਹੋ ਗਏ ਆ ਮੈਨੂੰ ਪ੍ਰੋਪਰ ਉਹ ਠੀਕ ਹੋਈ ਨੂੰ। मतलब कि ਉਹਨਾਂ ਨੇ ਤਾਂ ਕਰਕੇ ਵੇਚਿਆ, ਕੰਮ ਦੀ ਤਾਂ ਕੋਈ ਰਹੀ ਨਹੀਂ, ਨਸ਼ਾ ਕਰਦੀ ਆ, ਇਸ ਤੋਂ ਚੰਗਾ ਇਹਨੂੰ ਵੇਚ ਹੀ ਦਿਓ, ਗਲੋਂ ਫਾਹ ਲੱਥੂਗਾ, ਇਸ ਕਰਕੇ ਉਹਨਾਂ ਨੇ ਵੇਚ ਛੱਡਿਆ। ਮੇਰੇ मतलब कि ਉਹਨਾਂ ਨੇ ਜਿਹਨਾਂ ਨੂੰ ਵੇਚਿਆ ਸੀ ਉਹਦੇ 2 ਬੇਬੀ ਸੀ, ਉਹਨਾਂ ਦੇ ਨਾਲ ਮੇਰੀ ਮੈਰਿਜ ਹੀ ਕਰਵਾਈ ਸੀ ਤੇ ਮੇਰੇ ਸਾਹਮਣੇ ਹੀ ਪੈਸੇ ਫੜਾਏ। ਮੈਨੂੰ ਇੰਨਾ ਪਤਾ ਕਿ 50,000 ਰੁਪਇਆ ਫੜਾਇਆ ਸੀ। ਕੀ ਕਮਿਟਮੈਂਟ ਹੋਈ? बस यही ਮੈਨੂੰ ਉਹ ਵੀ ਨਹੀਂ ਪਤਾ ਹੈਗਾ, ਪਤਾ ਹੁੰਦਾ ਤਾਂ ਸ਼ਾਇਦ ਮੈਂ ਕਰਦੀ ਵੀ ਨਾ, ਕਿਉਂਕਿ ਕਿਹੜਾ ਕਹੂਗਾ ਕਿ ਆਪਾਂ ਹੱਟ ਵੇਚ ਛੜੇ ਕੋਈ। ਮੈਂ ਉੱਥੋਂ ਭੱਜ ਗਈ ਸੀ। ਕਿੱਥੇ ਗਈ? ਫਿਰ ਮੈਂ ਉੱਥੋਂ ਭੱਜ ਕੇ ਆਪਣੇ ਅੰਮ੍ਰਿਤਸਰ ਗਈ ਆਪਣੀ ਸਿਸਟਰ ਕੋਲ। ਉਹਨਾਂ ਨੇ ਮੈਨੂੰ ਆਪਣੇ ਕੋਲ ਰੱਖਿਆ। ਫਿਰ ਉਹਨਾਂ ਨੇ ਮੇਰਾ ਡਿਵੋਰਸ ਵੀ ਕਰਵਾਇਆ।
ਫਿਰ ਉਹਨਾਂ ਨੇ ਮੈਨੂੰ ਆਪਣੇ ਸਲੂਨ 'ਚ ਲਗਵਾਇਆ। ਸਲੂਨ 'ਚ ਵੀ ਰਹੀ ਹਾਂ, ਮਤਲਬ ਕਿ ਬਹੁਤ ਕੁਝ ਗਲਤ ਵੀ ਹੋਇਆ ਮੇਰੇ ਨਾਲ। ਮਤਲਬ ਕਿ ਤੁਹਾਨੂੰ ਪਤਾ, ਜਿਹਨੇ ਯੂਜ਼ ਕਰਨਾ, ਜਿਹਨੇ ਮਤਲਬ ਰਹਿਣਾ, ਉਹਨੇ ਬਹੁਤ ਕੁਝ ਵੀ ਕਰ ਲੈਣਾ, ਕਿਸੇ ਵੀ ਹੱਦ ਤੱਕ ਡਿੱਗ ਜਾਣਾ ਵਾ। ਤੇ ਉਹ ਸਾਰਾ ਕੁਝ ਹਰ ਇੱਕ ਨੇ ਮੇਰੇ ਨਾਲ ਕੀਤਾ ਹੈ। ਤੇ ਮੈਂ ਹਰ ਇੱਕ ਦੇ ਹੱਥੋਂ ਯੂਜ਼ ਹੀ ਹੋਈ ਹਾਂ, ਕਿਸੇ ਨੇ ਮੇਰਾ ਫਾਇਦਾ ਨਹੀਂ ਸੋਚਿਆ। ਮੈਂ ਇਹੀ ਗੱਲ ਕਹੂੰਗੀ ਕਿ ਭੈਣਾਂ ਮੇਰੀ, ਉਹ ਨਸ਼ਾ ਛੱਡ ਦਿਓ, ਕੋਈ ਫਾਇਦਾ ਨਹੀਂ ਆ। ਜੇ ਕਹਿੰਦੀਆਂ ਜੇ ਬॉयਫ੍ਰੈਂਡ ਆ ਮੇਰਾ, ਮੇਰੀ ਅੰਗੇਜਮੈਂਟ ਹੋ ਗਈ ਆ, ਫੈਮਿਲੀ ਤੋਂ ਇਲਾਵਾ ਹੋ ਕੇ ਤੁਸੀਂ ਕਰਦੀਆਂ ਜੇ, ਕੁਛ ਨਹੀਂ ਫਾਇਦਾ ਹੈਗਾ। ਇਹ ਧੋਖੇ ਆ, ਤੁਹਾਨੂੰ ਯੂਜ਼ ਕਰਦੇ ਆ, ਨਸ਼ੇ ਲਵਾ ਦਿੰਦੇ ਆ। ਬਾਅਦ 'ਚ ਉਹਨਾਂ ਨੂੰ ਪਤਾ ਕਿ ਪੈਸਾ ਕਮਾ ਕੇ ਦੇਣਗੀਆਂ, ਆਪਣੇ ਬਾਅਦ 'ਚ ਉਹ ਆਪਣੇ ਘਰ 'ਤੇ ਤੁਸੀਂ ਆਪਣੇ ਰਹਿ ਜਾਂਦੀਆਂ ਰਹਿਣ 'ਚ। ਅਤੇ ਮੈਂ ਇਸ ਕਰਕੇ ਕਹਿੰਦੀ ਹਾਂ, ਰੈੱਡ ਕ੍ਰੋਸ ਸੈਂਟਰ ਹੈ। ਮੈਂ ਨਿਊਜ਼ ਵੇਖੀ ਸੀ, ਨਿਊਜ਼ ਦੇ ਵਿੱਚ ਇੰਟਰਵਿਊ ਆ ਰਿਹਾ ਸੀ ਕੋਈ ਲੜਕੀ ਦਾ, ਅਤੇ ਮੈਂ ਉਹ ਦੇਖਿਆ ਅਤੇ ਮੈਨੂੰ ਵਧੀਆ ਲੱਗਾ। ਮੈਂ ਚਲੋ ਦੇਖਦੇ ਹਾਂ, ਟਰਾਈ ਕਰਦੇ ਹਾਂ ਕਿ ਇੱਥੇ ਵੀ ਤਾਂ ਗੰਦਗੀ 'ਚ ਬੈਠੇ ਹੋਏ ਆ ਅਤੇ ਆਪਣੇ ਆਪ ਨੂੰ ਸਹੀ ਕਰਦੇ ਹਾਂ। ਫਿਰ ਆਪਾਂ ਆ ਗਏ ਸੀ ਇੱਥੇ। ਮੈਨੂੰ ਬਹੁਤ ਵਧੀਆ ਲੱਗਿਆ, ਮਤਲਬ ਕਿ ਮੈਨੂੰ ਆਪਣੇ ਇੰਨਾ ਪਰਿਵਾਰ ਤੋਂ ਨਹੀਂ ਪਿਆਰ ਮਿਲਿਆ ਹੋਣਾ ਜਿੰਨਾ ਮੈਨੂੰ ਇੱਥੋਂ ਮਿਲਿਆ। ਮੈਨੂੰ ਬਹੁਤ ਇੱਜ਼ਤ ਮਿਲੀ ਹੈ, ਜੋ ਮੈਂ ਕਦੀ ਸ਼ਾਇਦ ਮੈਨੂੰ ਮਿਲ ਵੀ ਨਹੀਂ ਸਕਦੀ ਸੀ। ਬਹੁਤ ਜ਼ਿਆਦਾ ਵਧੀਆ ਵਾ, ਮਤਲਬ ਕਿ ਜਿਹੜਾ ਵੀ ਇੱਥੇ ਇਲਾਜ ਕਰਾ ਕੇ ਜਾਊਗਾ ਨਾ, ਬਹੁਤ ਵਧੀਆ ਰਹੂਗਾ। ਅਤੇ ਜੇ ਛੱਡ ਦੋਗੇ ਨਾ ਤਾਂ ਸਭ ਤੋਂ ਵਧੀਆ ਵਾ। ਇਹ ਕੁੜੀ ਜਦੋਂ ਪਹਿਲਾਂ ਆਈ ਸੀ, ਇਹ ਸਿਰਫ ਦੁਆਰ ਤੱਕ ਕਿੱਦਾਂ ਪਹੁੰਚ ਗਈ ਗੇਟ ਤੱਕ ਮੈਨੂੰ ਨਹੀਂ ਪਤਾ, ਕਿਉਂਕਿ ਇਹਦੇ ਵਿੱਚ ਕੋਈ ਜਾਨ ਨਹੀਂ ਸੀਗੀ। ਬੁਰਾ ਹਾਲ ਸੀਗਾ ਇਹਦਾ, ਤਦ ਤੇ ਕੱਪੜਾ ਨਹੀਂ ਸੀਗਾ, ਅਤੇ ਕੋਈ ਰੋਟੀ ਖਾਧੇ ਨੂੰ 2-3 ਮਹੀਨੇ ਹੋ ਗਿਆ ਸੀਗਾ। ਤਾਂ ਇਹ ਹੁਣ ਇਹਨਾਂ 10 ਦਿਨਾਂ ਵਿੱਚ ਹੀ ਆ ਕੇ ਆਪਣਾ ਕਾਫੀ ਰਿਕਵਰੀ ਕੀਤੀ। ਹੁਣ ਰੋਟੀ ਵੀ ਖਾਣੀ ਸ਼ੁਰੂ ਕਰਤੀ ਹੈ ਅਤੇ ਅੱਛਾ ਰਿਸਪਾਂਸ ਦੇ ਰਹੀ ਹੈ। ਇਹ ਚਿੱਟਾ ਹੀ ਲੈਂਦੀ ਸੀਗੀ, ਇਹਦਾ ਨਸ਼ਾ ਵੀ ਬਹੁਤ ਜ਼ਿਆਦਾ ਸੀਗਾ। ਮੈਨੂੰ ਦੱਸਿਆ ਵੀ ਮੈਂ 25-30 ਲੱਖ ਰੁਪਇਆ ਆਪਣੇ ਨਸ਼ੇ ਵਿੱਚ ਗਵਾਇਆ, ਆਪਣੀ ਜਵਾਨੀ ਵੀ ਬਰਬਾਦ ਕੀਤੀ ਹੈ, ਆਪਣਾ ਸਭ ਕੁਝ ਬਰਬਾਦ ਕੀਤਾ, ਸਭ ਕੁਝ ਨਸ਼ੇ ਦੀ ਬਦੌਲਤ ਹੋਇਆ ਹੈ। ਪਰ ਇਹ ਹੁਣ ਆਪ ਤੇ ਸੁਧਰਨਾ ਚਾਹੁੰਦੀ ਹੈ, ਨਾਲ ਹੋਰ ਵੀ ਲੜਕੀਆਂ ਜਿਹੜੀਆਂ ਕਿ ਨਸ਼ੇ ਦੀ ਦਲਦਲ ਵਿੱਚ ਹਨ, ਉਹਨਾਂ ਦਾ ਇਲਾਜ ਸਫਲਪੂਰਵਕ ਇਲਾਜ ਕਰਾਉਣ ਵਾਸਤੇ ਉਹਨਾਂ ਨੂੰ ਸਮੇਂ ਸਿਰ ਪ੍ਰੇਰਿਤ ਕਰਦੀ ਹੈ। ਤਾਂ ਜ਼ਿੰਮੇਵਾਰੀ, ਇੱਕ ਤਾਂ ਸਾਡੇ ਸੰਸਕਾਰ ਬਿਲਕੁਲ ਖਤਮ ਹੋ ਗਏ। ਮਾਪਿਓ ਸੰਸਕਾਰ ਜਿਹੜੇ ਪਹਿਲੇ ਦਿੰਦੇ ਸੀਗੇ, ਉਹ ਮਾਪਿਓ ਕੋਲ ਟਾਈਮ ਨਹੀਂ ਹੈ, ਕੁਛ ਨਹੀਂ ਹੈ। ਇੱਕ ਸਾਡਾ ਜਿਹੜੀ ਸੁਸਾਇਟੀ ਹੈ ਉਹ ਬੇਰੁਜ਼ਗਾਰ ਹੈ। ਉਹ ਜ਼ਿਆਦਾਤਰ ਜਿਹੜੇ ਡਰੱਗ ਵੇਚਦੇ ਨੇ, ਉਹ ਕੁੜੀਆਂ ਨੂੰ ਟਾਰਗੇਟ ਬਣਾ ਕੇ ਇੱਕ ਤਾਂ ਉਹਨਾਂ ਨੂੰ ਨਸ਼ਾ ਕਰਦੇ ਨੇ, ਇੱਕ ਉਹਦੇ ਥਰੂ ਨਸ਼ਾ ਮੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਇੱਕ ਲੜਕੀਆਂ ਭਟਕ ਰਹੀਆਂ ਨੇ ਵੀ ਆਪਾਂ ਜਾਈਏ ਕਿੱਧਰ, ਉਹ ਵੀ ਉਹਨਾਂ ਨੂੰ ਬੇਚੈਨੀ ਹੈ, ਅਤੇ ਲੋਕੀ ਇਹਦਾ ਫਾਇਦਾ ਉਠਾ ਕੇ ਉਹਨਾਂ ਨੂੰ ਗਲਤ ਭਟਕਾ ਰਹੇ ਨੇ, ਗਲਤ ਰਸਤੇ ਪਾ ਰਹੇ ਨੇ ਲੜਕੀਆਂ ਨੂੰ। ਗੁਰਦਾਸਪੁਰ ਤੋਂ ਜਤਿੰਦਰ ਕੁੰਡਲ ਦੀ ਰਿਪੋਰਟ।